सिरसा ਦੇ ਵਿੱਚ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਜੋ ਧਰਨਾ ਚੱਲ ਰਿਹਾ ਸੀ, ਕਿਸਾਨਾਂ ਦੀ ਰਿਹਾਈ ਤੋਂ ਬਾਅਦ ਉਹ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਤੇ ਭਾਈ ਬਲਦੇਵ ਸਿੰਘ ਜੀ ਸਿਰਸਾ ਜਿਨ੍ਹਾਂ ਵੱਲੋਂ ਮਰਨ ਵਰਤ ਰੱਖਿਆ ਗਿਆ ਸੀ, ਭੁੱਖ ਹੜਤਾਲ ਰੱਖੀ ਗਈ ਸੀ, ਉਹ ਵੀ ਸਮਾਪਤ ਕਰ ਦਿੱਤੀ ਗਈ। ਲੇਕਿਨ ਇਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਆਗੂਆਂ ਵੱਲੋਂ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਕਿਉਂਕਿ ਧਰਨਾ ਜਿਹੜਾ ਸੀ ਉਹ ਇਸ ਕਰਕੇ ਲਗਾਇਆ ਗਿਆ ਸੀ ਕਿ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੇ ਉੱਤੇ ਦਰਜ ਕੀਤੇ ਗਏ ਜਿਹੜੇ ਮੁਕੱਦਮੇ ਆ ਉਹ ਰੱਦ ਕੀਤੇ ਜਾਣ ਅਤੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ। ਲੇਕਿਨ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਮੁਕੱਦਮੇ ਰੱਦ ਨਹੀਂ ਹੋਏ, ਹਾਲਾਂਕਿ ਆਗੂਆਂ ਵੱਲੋਂ ਉਹਨਾਂ ਦੀਆਂ ਜ਼ਮਾਨਤਾਂ ਕਰਾਈਆਂ ਗਈਆਂ। ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਜ਼ਮਾਨਤ ਦੇ ਉੱਤੇ ਰਿਹਾ ਕਰਾ ਕੇ ਕਿਸਾਨਾਂ ਨੂੰ ਧਰਨੇ ਦੇ ਉੱਤੇ ਇਹ ਭਰੋਸਾ ਦਿਵਾਇਆ ਗਿਆ ਕਿ ਕੇਸ ਰੱਦ ਹੋ ਗਏ ਹਨ ਅਤੇ ਧਰਨਾ ਜਿਹੜਾ ਸੀ ਉਹ ਸਮਾਪਤ ਕਰ ਦਿੱਤਾ ਗਿਆ। ਹਾਲਾਂਕਿ ਅਜਿਹਾ ਕੁਝ ਨਹੀਂ ਹੋਇਆ। ਤੱਥਾਂ ਦੇ ਆਧਾਰ ਦੇ ਉੱਤੇ ਗੱਲਬਾਤ ਕਰਦਿਆਂ ਐਡਵੋਕੇਟ ਗੁਰਰਤਨਪਾਲ ਸਿੰਘ ਕਿੰਗਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਮਾਮਲੇ ਬਾਰੇ ਵਿਸਤਾਰਪੂਰਵਕ ਦੱਸਿਆ। ਮਾਮਲਾ ਸੀ ਅਦਾਲਤ ਦੇ ਵਿੱਚੋਂ ਜਿਹੜੀ ਉਹਨਾਂ ਦੀ ਜ਼ਮਾਨਤ ਹੋਈ ਪਰਸੋਂ, ਉਸ ਨੂੰ ਲੈ ਕੇ ਬੁਲਾਈ ਗਈ ਸੀ। ਕੁਝ ਕਿਸਾਨ ਆਗੂਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਦਾ ਕੇਸ ਖਤਮ ਕਰਤਾ। ਇੱਥੋਂ ਤੱਕ ਕਿ ਇਹ ਪਤਾ ਲੱਗਿਆ ਕਿ ਉਹ ਜਿਹੜੇ ਕਿਸਾਨ ਵਿਚਾਰੇ ਬਾਹਰ ਆਏ ਜੇਲ੍ਹ ਚੋਂ, ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਜ਼ਮਾਨਤ ਨਹੀਂ ਤੁਹਾਡੀ ਹੋਈ, ਤੁਹਾਡਾ ਕੇਸ ਖਤਮ ਹੋ ਗਿਆ। ਤਾਂ ਇਹ ਇਸ਼ੂ ਅੱਜ ਇਹ ਸੀ, ਉਹ ਤੁਹਾਨੂੰ ਫੈਕਟਸ ਦੱਸਣ ਵਾਸਤੇ ਇਹ ਮੈਂ ਤੁਹਾਡਾ ਜਿਹੜਾ ਪੱਖ ਰੱਖ ਰਿਹਾ ਤੁਹਾਡੇ ਸਾਹਮਣੇ ਕਿ ਅਸਲ ਦੇ ਵਿੱਚ ਇਹ ਜ਼ਮਾਨਤ ਹੋਈ ਹੈ, ਨਾ ਕੋਈ ਧਾਰਾ ਹਟੀ ਹੈ ਔਰ ਨਾ ਕੋਈ ਹਟਾਈ ਗਈ ਹੈ, ਨਾ ਕੋਈ ਉਪਰਾਲਾ ਹੋਇਆ। ਇਹ ਸਭ ਜਿਹੜਾ ਹੈ ਸਟੇਟ ਦੀ ਔਰ ਸਟੇਟ ਦੇ ਜਿਹੜੇ ਏਜੰਟ ਨੇ, ਜਿਹੜੇ ਇੱਥੇ ਕਿਸਾਨ ਆਗੂ ਦੇ ਰੂਪ ਦੇ ਵਿੱਚ ਇੱਥੇ ਏਜੰਟ ਬਣ ਕੇ ਅੱਗੇ ਨੇਤਾ ਬਣੇ ਹੋਏ ਸੀ ਨਾ, ਉਹਨਾਂ ਏਜੰਟਾਂ ਦੇ ਮਿਲੀ ਭਗਤ ਦੇ ਕਾਰਨ ਇਹ ਸਾਰਾ ਕੁਝ ਹੋਇਆ ਹੈ। ਅਦਰਵਾਈਜ਼ ਇਹਦੇ 'ਚ ਕੁਝ ਨਹੀਂ ਹੋਇਆ। ਜਾਣ ਬੁੱਝ ਕੇ ਹਿੰਸਾ ਕਰਵਾਈ ਗਈ, ਇਹ ਸਰਕਾਰ ਦਾ ਮਕਸਦ ਸੀ। ਹਿੰਸਾ ਕਰਵਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਡੀਰੇਲ ਕਰਨਾ ਇਹ ਸਰਕਾਰ ਦਾ ਮਕਸਦ ਸੀ। ਔਰ ਇਹ ਹਿੰਸਾ ਕਰਵਾ ਕੇ ਕੁਝ ਇੱਥੋਂ ਦੇ ਆਪਦੇ ਜਿਹੜੇ ਰਾਜਨੀਤਿਕ ਜਾਂ ਸਰਕਾਰੀ ਏਜੰਟ ਅਸੀਂ ਕਹੀਏ, ਉਹਨਾਂ ਨੂੰ ਬਤੌਰ ਲੀਡਰ ਪ੍ਰੋਜੈਕਟ ਕਰਨਾ ਇਹ ਸਰਕਾਰ ਦਾ ਮਕਸਦ ਸੀ। ਉਹ ਲੋਕ ਆਪਣੇ ਇਸ ਮਕਸਦ 'ਚ ਫੇਲ ਹੋ ਗਏ। ਜਦੋਂ ਕਿ ਇਹ ਸਾਰੀ ਗੱਲ ਐਕਸਪੋਜ਼ ਹੋ ਗਈ, ਅਸੀਂ ਸਾਰਾ ਮਾਮਲਾ ਜਿਹੜਾ ਕੋਰਟ 'ਚੋਂ ਕਢਵਾ ਲਿਆ। ਵਕੀਲ ਜੋ ਹੈ ਅਗਰ ਕਿਸੇ ਮਾਮਲੇ 'ਚ ਰੋਹਤਕ ਤੋਂ ਆਉਂਦਾ ਹੈ ਔਰ ਸਰਸੇ ਦੇ ਵਕੀਲਾਂ ਨੂੰ ਨਹੀਂ ਪਤਾ, ਸਰਸੇ ਦੀ ਬਾਰ ਨੂੰ ਨਹੀਂ ਪਤਾ, ਤੇ ਇਹਦਾ ਮਤਲਬ ਕੀ ਹੈ? ਇਹ ਸੀਕ੍ਰੇਟ ਹੈ। ਇਹ ਖੁਫੀਆ ਗੱਲਾਂ ਕਿਉਂ ਰੱਖੀਆਂ ਗਈਆਂ? ਜਿਹੜੇ ਜ਼ਮਾਨਤੀ ਨੇ ਉਹ ਉਹਨਾਂ ਬੰਦਿਆਂ ਦਾ ਕੋਈ ਵੀ ਰਿਲੇਟਿਵ ਨਹੀਂ, ਕੁਝ ਵੀ ਨਹੀਂ। ਜਿਹੜੇ ਐਕਿਊਜ਼ ਨੇ, ਕੋਈ ਐਲਨਾਬਾਦ ਤੋਂ ਹੈ, ਕੋਈ ਖਾਰੀ ਸੁਰੇਰਾਂ ਤੋਂ, ਮਿੱਠੀ ਸੁਰੇਰਾਂ ਤੋਂ ਹੈ, ਕੋਈ ਚੰਦਰਗੜ੍ਹ ਪੱਟੀ ਤੋਂ ਹੈ, ਕੋਈ ਕਾਲਾਂ ਵਾਲੀ ਤੋਂ ਹੈ, ਕੋਈ ਤਖਤਮਲ ਤੋਂ ਹੈ। ਜਦੋਂ ਕਿ ਮੁਲਜ਼ਮ ਫੱਗੂ ਤੋਂ ਨੇ, ਰੰਗੇ ਤੋਂ ਨੇ ਔਰ ਖੈਰਪੁਰ ਤੋਂ। ਉਹਨਾਂ ਨੂੰ ਪਤਾ ਵੀ ਨਹੀਂ ਸਾਡਾ ਜ਼ਮਾਨਤੀ ਕੌਣ ਹੈ, ਜ਼ਮਾਨਤੀ ਕਿਤੋਂ ਹੋਰ ਦੇ, ਸ਼ਨਾਖਤੀ ਕਿਤੋਂ ਹੋਰ ਦਾ। ਸਾਰਾ ਕੁਝ ਸਟੇਟ ਦੀ ਔਰ ਇਹਨਾਂ ਲੋਕਾਂ ਦੀ ਮਿਲੀ ਭਗਤ ਹੈ। ਸਾਡੇ ਕਿਸਾਨ ਆਗੂ ਜਿਹੜੇ ਹੈ ਉਹਨਾਂ ਨੂੰ 11:30 ਵਜੇ ਪਤਾ ਲੱਗ ਜਾਂਦਾ, ਉਹ ਦਿੱਲੀ ਤੋਂ ਚੱਲ ਪੈਂਦੇ ਆ ਔਰ ਉਹ ਇੱਥੇ ਆ ਕੇ ਪਹੁੰਚਦੇ ਆ ਕਿ ਬੰਦੇ ਸਾਡੇ ਛੱਡੇ ਜਾਣਗੇ। ਇਹ ਕਿਵੇਂ ਪੋਸੀਬਲ ਹੈ? ਇਸ ਲਈ ਜੋ ਤੁਹਾਡਾ ਹੁਣ ਕੋਈ ਸਵਾਲ ਹੈ ਤਾਂ ਮੈਂ ਉਹਦਾ ਜਵਾਬ ਦੇ ਦਾਂ। 2 ਵਜੇ ਲੱਗਦੀ ਹੈ। ਹਾਂਜੀ, ਕਿਸੇ ਭਰਾ ਦਾ ਕੋਈ ਸਵਾਲ है? क्या ये अभी ये आंदोलन प्रहलाद सिंह मारूखेड़ा लखविंदर वाला गुट से अलग चलेगा? क्यों उनका गुट वो क्या लगते हैं भाई? वो क्या चीज़ है? वो हम उनका नाम भी नहीं लेना चाहते। वो क्या चीज़ है? संयुक्त मोर्चे का आप मानोगे आदेश जो आएगा ऊपर से? देखो जी, मेरा तो मानना है कि एक बार सिरसा जिला के लोगों को अपनी एक अलग से लोगों की एक जथेबंदी बनानी चाहिए। किसी बाकी सारी जथेबंदियों के अलग अलग ये फटे हुए हैं सारे, उनकी बात को अपना अलग से देखो और सिरसा जिला के हित में जो बात है वो करो। मेरा ये कहना है। आज की इस मीटिंग का मुख्य एजेंडा क्या था सर? मुख्य एजेंडा ये था कि जिस मुद्दे को लेके जहाँ पे अनशन रखा गया था, जब वो मुद्दा खत्म नहीं हुआ तो अनशन क्यों खत्म हुआ? ये बलदेव सिंह सिरसा को ये बताना चाहिए कि क्या जो उनकी मांग थी केस वापस लेने की, क्या वो पूरी होगी? मान लो कि लड़कों को धक्के से सरकार ने बाहर निकाल दिया, मैं इस बात को मान लेता हूँ। सरकार बहुत कुछ कर सकती है, कर दिया, लेकिन बलदेव सिंह सिरसा अपने अमन अनशन से क्यों उठे? अगर ऐसा था तो उनको इसके ऊपर स्टेटमेंट देनी चाहिए। डल्लेवाल दिल्ली से चलकर सिरसा आए, क्या लेने आए, उनको भी अपना स्पष्ट करना चाहिए। जी, आप कह रहे हो जमानती कहीं से, शिनाख्ती कहीं से जो चीज़ें सामने आ रही हैं जी, तो क्या ये फिर सरकार ने किया है सारा कुछ खेल? मैं तो कहता हूँ ये सब मिला जुला है जी। अकेली सरकार भी, चलो मान लो सरकार ने किया होता तो आप तो अपना धरना जारी रखो ना। आप अपना धरना क्यों छोड़ रहे हो? पर्चा कैंसिल तक फिक्स मैच है जी। ये सब फिक्स मैच था, अपने लीडर प्रोजेक्ट करने का मामला था, उसको हम लोगों ने एक्सपोज कर दिया और इनको नंगा कर दिया।
ये इतना ही तरफ से मामला। ये बातें भी आई हैं कि हरियाणा में जो दूसरी जगह टोहाना था या झज्जर थे, रोहतक थे, वहाँ पर भी अभी तक केस वापसी नहीं वहाँ का मेरे को नहीं पता ही वहाँ क्या हुआ। मैं सिरसा का जहाँ तक मेरे साथ कंसर्न है, मैं सिरसा के बारे में आपको एक एक चीज़ बता सकता हूँ। जो आपका सवाल है वो पूछो। सर, किसानों का कहना है, जो किसान नेता है उनका कहना है कि जो देशद्रोह या राजद्रोह का मामला था उसमें जमानत नहीं होती और उनकी मांग थी कि उन 5 किसानों को रिहा किया तो जाए। वो तो अभी भी नहीं हटी, देशद्रोह की धारा तो अभी भी नहीं हटी भाई, अभी भी है। लेकिन जमानत तो हो गई ना। टाइम्स ऑफ इंडिया की स्टेटमेंट है, वो इतनी बड़ी खबर है, वो मैं आपको दे देता हूँ। एसपी आपके पास बैठा है, उससे जाके पूछ लो कि हटकी कि नहीं हटकी। कहीं किसी प्रशासन की कोई स्टेटमेंट है क्या ऐसी? कोई एक सिंगल कागज पे कोई एक लाइन भी लिखी गई हो तो बता दो। जमानत ना देना तो जुडिशरी का काम है। वो अदालत का काम है, वो अदालत के काम में दखलंदाजी नहीं करते, ना अदालत के बारे में कुछ बोलते। लेकिन जी सिरसा के किसानों के लिए एक नई जत्थेबंदी बनेगी अपने आंदोलन के लिए। मेरा ये सुझाव है कि लोगों को इकट्ठे होकर लड़ना चाहिए। ये चंद जो लोग हैं ना, इनकी वजह से जिन लोगों के दिल में मतलब किसानी आंदोलन का जज्बा है, वो इन लोगों की वजह से दूर होकर बैठे हैं इस आंदोलन से। अगर ये गंदे लोगों को हम दूर कर देना तो यहाँ पे आंदोलन बहुत मजबूती से आगे बढ़ेगा। आज की मीटिंग में भी जो ज्यादातर लोग हैं वो जुड़े हुए हैं वैसे पुरानी जत्थे। ये आप देखो, आपके सामने लोगों में कितना जोश है। आप देखो लोगों में कितना जोश है और कितने मतलब उनको गुस्सा है इस बात का कि हमें गुमराह किया गया। भेज ही देता जी। ठीक है।